ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਓਨਟਾਰੀਓ ਦੇ ਸਡਬਰੀ ਵਿੱਚ ਮਾਈਨ ਅੰਦਰ ਫਸੇ 39 ਜਣੇ ਜਿਨ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ। ਕੈਨੇਡਾ ਸਰਕਾਰ ਵੱਲੋਂ ਇਸ ਸਮੇਂ ਵੀ ਮਿਲ ਰਹੀ ਵਿੱਤੀ ਮਦਦ ਦੇ ਬਾਰੇ ਖਬਰਾਂ ਵਿੱਚ ਤੁਹਾਨੂੰ ਦਵਾਂਗੇ ਜਾਣਕਾਰੀ। 180 ਕਿਲੋ ਡੋਡਿਆਂ ਦੇ ਫੁੱਲ ਲਿਆਉਂਦਾ ਫੜਿਆ ਗਿਆ ਸੀ ਪੰਜਾਬੀ ਟਰੱਕ ਡਰਾਈਵਰ, ਹੁਣ ਹੋਇਆ ਸਜ਼ਾ ਦਾ ਐਲਾਨ। ਸਿਹਤ ਵਿਭਾਗ ਨੇ ਇੱਕ ਸੈਨੀਟਾਈਜ਼ਰ ਨੂੰ ਲੈ ਕੇ ਕੈਨੇਡਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ, ਦਵਾਂਗੇ ਜਾਣਕਾਰੀ। ਕੈਨੇਡਾ ਦੇ ਸਾਬਕਾ ਪੰਜਾਬੀ ਮੰਤਰੀ ਨੂੰ CIBC ਬੈਂਕ ਨੇ ਵੱਡਾ ਅਹੁਦਾ ਦਿੱਤਾ ਹੈ, ਦੱਸਾਂਗੇ ਬੈਂਕ ਵੱਲੋਂ ਕੀ ਕਿਹਾ ਗਿਆ। ਓਨਟਾਰੀਓ ਦੇ ਇੱਕ ਵਿਅਕਤੀ ਤੋਂ $18,000 ਲੁੱਟਣ ਦਾ ਮਾਮਲਾ, ਦੱਸਾਂਗੇ ਕਿਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਲੁਟੇਰੇ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਓਨਟਾਰੀਓ ਦੇ ਸਡਬਰੀ ਦੇ ਵਿੱਚ ਇੱਕ ਮਾਈਨ ਦੇ ਅੰਦਰ ਇਸ ਸਮੇਂ 39 ਜਣੇ ਫਸੇ ਹੋਏ ਨੇ, ਜੋ ਕਿ ਐਤਵਾਰ ਤੋਂ ਫਸੇ ਹੋਏ ਨੇ, ਜਿਸ ਦੇ ਬਾਰੇ ਹੁਣ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਹੁਣ ਕਈਆਂ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਕਿ ਸਮੇਂ ਸਿਰ ਉਹ ਬਾਹਰ ਨਿਕਲ ਆਉਣ ਤੇ ਸੁਰੱਖਿਅਤ ਪੂਰੇ ਤਰੀਕੇ ਦੇ ਨਾਲ ਹੋਣ। ਇਸ ਲਈ ਆਪਰੇਸ਼ਨ ਜਾਰੀ ਹੈ, ਟੀਮਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਾਸਤੇ, ਜਿਸ ਲਈ ਜਾਣਕਾਰੀ ਸਾਂਝੀ ਕੀਤੀ ਗਈ ਅਧਿਕਾਰੀਆਂ ਦੇ ਵੱਲੋਂ ਕਿ 39 ਜਣਿਆਂ ਦੇ ਵਿੱਚੋਂ 30 ਜਣੇ ਨੇ ਜਿਹੜੇ ਉਹ ਸਟੀਲ ਵਰਕਰ ਨੇ, ਜਿਸ ਨੂੰ ਲੈ ਕੇ ਜੋ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਐਤਵਾਰ ਦੀ ਸਵੇਰ ਨੂੰ 7 ਵਜੇ ਮਾਈਨਰ ਅੰਡਰਗਰਾਊਂਡ ਗਏ ਸੀ ਆਪਣਾ ਕੰਮ ਕਰਨ ਦੇ ਵਾਸਤੇ, ਤੇ ਇਸ ਦੇ ਨਾਲ ਹੀ 11:30 ਵਜੇ ਘਟਨਾ ਵਾਪਰੀ ਕਿ ਉਹ ਅੰਦਰ ਫਸ ਗਏ, ਜਿਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਨੂੰ ਲੈ ਕੇ ਪੂਰੀ ਪ੍ਰਕਿਰਿਆ ਚਲਾਈ ਜਾ ਰਹੀ ਹੈ, ਆਪਰੇਸ਼ਨ ਚੱਲ ਰਿਹਾ ਹੈ, ਜਿਸ ਦੇ ਲਈ ਜਸਟਿਨ ਟਰੂਡੋ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਕੰਜ਼ਰਵੇਟਿਵ ਲੀਡਰ ਐਰੀਨ ਓਟੂਲ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ। NDP ਲੀਡਰ ਜਗਮੀਤ ਸਿੰਘ ਤੇ ਹੋਰ ਕਈਆਂ ਦੇ ਵੱਲੋਂ ਲਗਾਤਾਰ ਬਿਆਨ ਜਾਰੀ ਕੀਤੇ ਜਾ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਸੁਰੱਖਿਅਤ ਤਰੀਕੇ ਦੇ ਨਾਲ ਇਹ 39 ਜਣੇ ਬਾਹਰ ਆ ਜਾਣ, ਜਿਨ੍ਹਾਂ ਨੂੰ ਕੱਢ ਲਿਆ ਜਾਵੇ, ਤੇ ਇਸ ਲਈ ਆਪਰੇਸ਼ਨ ਜਾਰੀ ਹੈ। ਇਸ ਦੇ ਉੱਤੇ ਕੋਈ ਵੀ ਅਪਡੇਟ ਆਵੇਗੀ ਤਾਂ ਅਸੀਂ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਹੁਣ ਜਾਣਕਾਰੀ ਉਹਨਾਂ ਕੈਨੇਡਾ ਵਾਸੀਆਂ ਦੇ ਵਾਸਤੇ ਜਿਹੜੇ ਕਿ COVID-19 ਦੇ ਕਰਕੇ ਕੁਝ ਇਸ ਤਰ੍ਹਾਂ ਹਜੇ ਵੀ ਪ੍ਰਭਾਵਿਤ ਨੇ ਕਿ ਜਾਂ ਤਾਂ ਨੌਕਰੀ ਉਹਨਾਂ ਦੇ ਕੋਲ ਨਹੀਂ ਹੈ, ਜਾਂ ਫਿਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਜਾਂ ਫਿਰ COVID-19 ਦੇ ਕਰਕੇ ਬਿਮਾਰ ਹੋਣ ਕਰਕੇ ਘਰ ਤੋਂ ਉਹ ਇਸ ਸਮੇਂ ਬਾਹਰ ਨਹੀਂ ਜਾ ਪਾ ਰਹੇ, ਜਿਸ ਦੇ ਵਿੱਚ ਇਸ ਸਮੇਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਇਸ ਸਮੇਂ ਉਹ ਕਾਮੇ ਜਿਹੜੇ ਕਿ EI ਹਜੇ ਲੈ ਨਹੀਂ ਸਕਦੇ, ਜਿਸ ਦੇ ਵਾਸਤੇ ਯੋਗਤਾ ਨਹੀਂ ਰੱਖ ਪਾ ਰਹੇ, ਤਾਂ ਨਾਲ ਹੀ ਕੁਝ ਯੋਗਤਾ ਨੂੰ ਪੂਰਾ ਕਰਦੇ ਹੋਏ ਉਹ ਵਿੱਤੀ ਮਦਦ ਲੈ ਸਕਦੇ ਨੇ ਕੈਨੇਡਾ ਰਿਕਵਰੀ ਬੈਨੀਫਿਟ ਦੇ ਰਾਹੀਂ, ਜਿਸ ਦੇ ਵਿੱਚ ਘੱਟੋ ਘੱਟ ਹਰ ਹਫ਼ਤੇ $300 ਤੇ ਇਸ ਤੋਂ ਜ਼ਿਆਦਾ ਵੀ ਮਦਦ ਮਿਲਦੀ ਹੈ। ਬਾਕੀ ਉੱਥੋਂ ਦੇ ਹਾਲਾਤ ਦੇ ਉੱਤੇ ਵੀ ਨਿਰਭਰ ਕਰਦਾ ਹੈ, ਜਿਸ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਖੇਤਰ ਦੇ ਵਿੱਚੋਂ ਕੈਨੇਡਾ ਵਾਸੀ ਰਹਿ ਰਿਹਾ ਹੈ ਉੱਥੇ ਬੇਰੁਜ਼ਗਾਰੀ ਦਰ ਕਿਵੇਂ ਹੈ, ਕਿ ਉੱਥੇ ਬਹੁਤ ਸਾਰੀਆਂ ਨੌਕਰੀਆਂ ਤਾਂ ਨਹੀਂ ਪਈਆਂ ਤੇ ਉਹਨਾਂ ਨੌਕਰੀਆਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਨਹੀਂ, ਉਸਦੇ ਸਬੂਤ ਵੀ ਦੇਣੇ ਪੈਂਦੇ ਨੇ। ਘੱਟੋ ਘੱਟ 420 ਘੰਟੇ ਕੰਮ ਵੀ ਕੀਤਾ ਗਿਆ ਹੋਵੇ। ਵੱਖੋ ਵੱਖਰੀ ਯੋਗਤਾ ਦੱਸੀ ਗਈ ਹੈ, ਜਿਸ ਦੇ ਆਧਾਰ ਤੇ ਦੱਸਿਆ ਗਿਆ ਹੈ ਕਿ ਜੇਕਰ COVID-19 ਦੇ ਕਰਕੇ ਜਿਹੜੇ ਕੈਨੇਡਾ ਵਾਸੀ ਪ੍ਰਭਾਵਿਤ ਨੇ ਤੇ ਉਹਨਾਂ ਨੂੰ ਵਿੱਤੀ ਪੱਧਰ ਦੇ ਉੱਤੇ ਲੋੜ ਹੈ ਤਾਂ ਉਹ ਵਿੱਤੀ ਮਦਦ ਇਸ ਸਮੇਂ ਲੈ ਸਕਦੇ ਨੇ, ਜਿਸ ਦੇ ਲਈ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਦੇਣੇ ਪੈਂਦੇ ਨੇ, ਜਿਸ ਤੋਂ ਬਾਅਦ ਉਸ ਮਦਦ ਦੇ ਵਾਸਤੇ ਉਹ ਯੋਗਤਾ ਰੱਖਦੇ ਨੇ ਜਾਂ ਨਹੀਂ, ਇਸ ਦੇ ਬਾਰੇ ਵੈਬਸਾਈਟ ਦੇ ਉੱਤੇ ਹੀ ਦੱਸ ਦਿੱਤਾ ਜਾਂਦਾ ਹੈ ਜਦੋਂ ਸਵਾਲਾਂ ਦੇ ਜਵਾਬ ਭਰੇ ਜਾਂਦੇ ਨੇ, ਤੇ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਕਿੰਨੀ ਮਦਦ ਉਹ ਲੈ ਸਕਦੇ ਨੇ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਇੱਕ ਪੰਜਾਬੀ ਟਰੱਕ ਡਰਾਈਵਰ ਜਿਸ ਨੂੰ ਕਈ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਉੱਤੇ ਛੱਡ ਵੀ ਦਿੱਤਾ ਗਿਆ ਤੇ ਹੁਣ ਜਾ ਕੇ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਦਰਅਸਲ 180 ਕਿਲੋ ਡੋਡਿਆਂ ਦੇ ਫੁੱਲ ਮਿਲੇ ਸੀ ਉਸਦੇ ਕਮਰਸ਼ੀਅਲ ਵਾਹਨ ਦੇ ਵਿੱਚੋਂ, ਜਿਸ ਨੂੰ ਲੈ ਕੇ ਤਸਕਰੀ ਦੇ ਇਲਜ਼ਾਮ ਲੱਗੇ ਤੇ ਉਸਦੀ ਗ੍ਰਿਫਤਾਰੀ ਹੋਈ ਸੀ, ਜਿਸ ਦੀ ਪਛਾਣ ਸਤਵਿੰਦਰਜੀਤ ਸਿੰਘ ਖਹਿਰਾ ਦੇ ਵਜੋਂ ਦੱਸੀ ਗਈ, ਜੋ ਕਿ ਟੋਰਾਂਟੋ ਖੇਤਰ ਤੋਂ ਟਰੱਕ ਡਰਾਈਵਰ ਸੀ, ਜਿਸ ਨੂੰ ਸੋਮਵਾਰ ਦੇ ਦਿਨ ਜੇਲ੍ਹ ਦਾ ਐਲਾਨ ਕੀਤਾ ਗਿਆ। ਅਦਾਲਤ ਵੱਲੋਂ 2 ਸਾਲ ਦੇ ਵਾਸਤੇ ਜੇਲ੍ਹ ਦੀ ਸਜ਼ਾ ਐਲਾਨੀ ਗਈ ਹੈ। 30 ਜੁਲਾਈ 2010 ਦਾ ਮਾਮਲਾ ਹੈ, ਜਦੋਂ ਕੈਨੇਡਾ ਦੇ ਕਸਟਮ ਵਿਭਾਗ ਨੇ ਟਰੱਕ ਦੇ ਵਿੱਚੋਂ 180 ਕਿਲੋ ਡੋਡੇ ਜ਼ਬਤ ਕੀਤੇ ਸਨ, ਜਿਸ ਦੇ 32 ਡੱਬੇ ਸਨ। ਵੱਖੋ ਵੱਖਰੇ ਡੱਬਿਆਂ ਦੇ ਵਿੱਚ ਇਹ ਡੋਡੇ ਮੌਜੂਦ ਸੀ। ਜਿਹੜੀ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ, ਇਹ ਉਹ ਤਸਵੀਰ ਨਹੀਂ ਹੈ, ਇਹ ਉਦਾਹਰਨ ਦੇ ਤੌਰ ਦੇ ਉੱਤੇ ਦਿਖਾ ਰਹੇ ਹਾਂ। ਇਹ ਵੀ ਕਿਸੇ ਇੱਕ ਹੋਰ ਮਾਮਲੇ ਦੇ ਲੈ ਕੇ ਕੈਨੇਡੀਅਨ ਬਾਰਡਰ ਸਰਵਿਸਿਜ਼ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਜੋ ਇਹ ਡੋਡੇ ਜ਼ਬਤ ਕੀਤੇ ਗਏ ਸਨ, ਉਸ ਦੀ ਕੀਮਤ ਕਰੀਬ $30 ਲੱਖ ਦੇ ਕਰੀਬ ਸੀ।
ਇਸ ਤੋਂ ਪਹਿਲਾਂ ਖਹਿਰਾ ਦੇ ਵਾਸਤੇ ਅਦਾਲਤ ਦੇ ਵੱਲੋਂ ਫੈਸਲਾ ਸਾਲ 2015 ਵਿੱਚ ਸੁਣਾਇਆ ਜਾਣਾ ਸੀ, ਪਰ ਜਦੋਂ ਜ਼ਮਾਨਤ ਤੇ ਸੀ ਤਾਂ ਉਹ ਆਪਣੇ ਪਿੰਡ ਚਲੇ ਗਏ ਸਨ ਭਾਰਤ ਦੇ ਵਿੱਚ, ਜਿੱਥੇ ਕਿ ਉਹਨਾਂ ਨਾਲ ਇੱਕ ਸੜਕ ਹਾਦਸਾ ਵੀ ਵਾਪਰ ਗਿਆ ਸੀ ਤੇ ਫਿਰ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ। ਤੇ ਉਸ ਤੋਂ ਬਾਅਦ ਉਹ ਸਾਲ 2019 ਦੇ ਵਿੱਚ ਕੈਨੇਡਾ ਆਏ ਤੇ ਫਿਰ ਜਿਸ ਕਰਕੇ ਅਦਾਲਤ ਦਾ ਫੈਸਲਾ ਕਾਫੀ ਦੇਰੀ ਦੇ ਨਾਲ ਸਾਹਮਣੇ ਆਇਆ। ਇਸ ਸਮੇਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ 6 ਸਾਲ ਤੱਕ ਲਈ ਜੇਲ੍ਹ ਦੀ ਸਜ਼ਾ ਹੋਵੇ, ਪਰ ਜਿਹੜਾ ਖਹਿਰਾ ਦੇ ਵੱਲੋਂ ਵਕੀਲ ਸੀ ਉਹਨਾਂ ਦੇ ਵੱਲੋਂ ਤੱਥ ਪੇਸ਼ ਕੀਤੇ ਗਏ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਘਰ ਦੇ ਵਿੱਚ ਵੀ ਕਾਫੀ ਦੇਰ ਜੋ ਅਦਾਲਤੀ ਹੁਕਮਾਂ ਦੇ ਅਨੁਸਾਰ ਸਮਾਂ ਕੱਟਿਆ, ਜਿਸ ਨੂੰ ਗਿਣਿਆ ਜਾਵੇ ਤੇ ਇਸ ਨੂੰ ਲੈ ਕੇ ਸਜ਼ਾ ਘੱਟ ਕੀਤੀ ਜਾਵੇ, ਜਿਸ ਤਹਿਤ 2 ਸਾਲ ਦੇ ਵਾਸਤੇ ਜੇਲ੍ਹ ਦੀ ਸਜ਼ਾ ਹੁਣ ਸਤਵਿੰਦਰਜੀਤ ਸਿੰਘ ਖਹਿਰਾ ਦੇ ਲਈ ਐਲਾਨੀ ਗਈ ਹੈ। ਇਸ ਨਾਲ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਲਿਬਰਲ ਪਾਰਟੀ ਦੇ ਵੱਲੋਂ ਇਨੋਵੇਸ਼ਨ ਮਿਨਿਸਟਰ ਸਨ ਜੋ ਕਿ ਨਵਦੀਪ ਬੈਂਸ, ਜਨਵਰੀ ਮਹੀਨੇ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਸੀ, ਆਪਣਾ ਅਹੁਦਾ ਵੀ ਛੱਡ ਦਿੱਤਾ ਸੀ, ਪਾਰਲੀਮੈਂਟ ਦੇ ਵਿੱਚ ਆਖਰੀ ਸੰਦੇਸ਼ ਜਾਰੀ ਕਰਕੇ ਉੱਥੋਂ ਗਏ ਸਨ, ਜਿਸ ਤੋਂ ਬਾਅਦ ਹੁਣ ਕੈਨੇਡਾ ਦਾ ਇੱਕ ਵੱਡਾ ਬੈਂਕ CIBC ਉਹਨਾਂ ਦੇ ਵੱਲੋਂ ਨਵਦੀਪ ਬੈਂਸ ਨੂੰ ਇੱਕ ਵੱਡਾ ਅਹੁਦਾ ਦੇ ਦਿੱਤਾ ਗਿਆ ਹੈ। ਗਲੋਬਲ ਇਨਵੈਸਟਮੈਂਟ ਬੈਂਕਿੰਗ ਜੋ ਉਹਨਾਂ ਦਾ ਵਿਭਾਗ ਹੈ ਉਸ ਦੇ ਵਿੱਚ ਵਾਈਸ ਚੇਅਰ ਦੇ ਵਾਸਤੇ ਨਿਯੁਕਤੀ ਕੀਤੀ ਗਈ ਹੈ ਤੇ ਇਹ ਨਿਯੁਕਤੀ ਅਕਤੂਬਰ 4 ਤੋਂ ਹੋ ਜਾਵੇਗੀ, ਯਾਨੀ ਕਿ ਨਵਦੀਪ ਬੈਂਸ ਦਾ ਇਸ ਅਹੁਦੇ ਦੇ ਉੱਤੇ ਅਕਤੂਬਰ 4 2021 ਨੂੰ ਪਹਿਲਾ ਦਿਨ ਹੋਵੇਗਾ, ਜੋ ਕਿ ਕੈਨੇਡਾ ਦੇ ਸਾਲ 2015 ਤੋਂ ਲੈ ਕੇ ਸਾਲ 2021 ਤੱਕ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਦੇ ਮੰਤਰੀ ਰਹੇ ਨੇ। ਇਸ ਨਾਲ ਹੀ ਅੱਗੇ ਤੁਹਾਨੂੰ ਜਾਣਕਾਰੀ ਦੱਸ ਦਈਏ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਜੋ ਇੱਕ ਟੋਫੂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਸੀ, ਉਸ ਦੇ ਵਿੱਚ ਦੁਬਾਰਾ ਤੋਂ ਚੇਤਾਵਨੀ ਨੂੰ ਜਾਰੀ ਕੀਤਾ ਗਿਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ। ਅਸੀਂ ਤੁਹਾਡੇ ਤੱਕ ਪਹਿਲਾਂ ਵੀ ਖਬਰਾਂ ਵਿੱਚ ਇਸ ਦੇ ਬਾਰੇ ਜਾਣਕਾਰੀ ਪਹੁੰਚਾਈ ਸੀ ਕਿ ਯੂਨੀਸੋਇਆ ਆਰਗੈਨਿਕ ਟੋਫੂ ਹੈ ਜੋ ਕਿ ਯੂਨੀਸੋਇਆ 1986 ਇਨਕੋਰਪੋਰੇਸ਼ਨ ਕੰਪਨੀ ਦੇ ਵੱਲੋਂ ਮਾਰਕੀਟ ਦੇ ਵਿੱਚ ਵੇਚਿਆ ਜਾ ਰਿਹਾ ਸੀ। 454 ਗ੍ਰਾਮ ਦੀ ਪੈਕਿੰਗ ਹੈ ਤੇ 21 ਅਕਤੂਬਰ ਇਸ ਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੋਈ ਹੈ। ਕਿਊਬੈਕ ਦੇ ਵਿੱਚ ਇਹ ਵੇਚਿਆ ਗਿਆ। ਜੇਕਰ ਕਿਸੇ ਦੇ ਕੋਲ ਵੀ ਘਰ ਦੇ ਵਿੱਚ ਟੋਫੂ ਹੋਵੇ ਤਾਂ ਇਸ ਨੂੰ ਸੁੱਟ ਦਿੱਤਾ ਜਾਵੇ ਜਾਂ ਫਿਰ ਵਾਪਸ ਕਰ ਦਿੱਤਾ ਜਾਵੇ, ਇਸ ਦੇ ਨਾਲ ਬਿਮਾਰ ਹੋ ਸਕਦੇ ਹੋ। ਇਸ ਦੇ ਵਿੱਚ ਬੈਕਟੀਰੀਆ ਪਾਇਆ ਗਿਆ ਹੈ। ਅਗਲੀ ਖਬਰ ਹੈ ਕਿ ਓਨਟਾਰੀਓ ਦੇ ਵਿੱਚੋਂ ਇੱਕ ਹੁਣ ਮਾਮਲਾ ਫਿਰ ਤੋਂ ਸਾਹਮਣੇ ਆਇਆ, ਜਿਸ ਦੇ ਵਿੱਚ ਮੂਰਖ ਬਣਾਇਆ ਗਿਆ ਫੋਨ ਕਰਕੇ ਇੱਕ ਵਿਅਕਤੀ ਨੂੰ, ਜਿਸ ਤੋਂ $18,000 ਤੋਂ ਵੱਧ ਲੁੱਟ ਲਏ ਗਏ। ਏਜੈਕਸ ਇਹ ਮਾਮਲਾ ਹੈ ਜਿੱਥੇ ਤੋਂ ਇੱਕ ਵਿਅਕਤੀ ਨੂੰ ਕਿਹਾ ਗਿਆ ਕਿ ਉਸਨੇ ਕਾਫੀ ਵੱਡੀ ਲੋਟਰੀ ਜਿੱਤੀ ਹੈ। ਬੇਸ਼ੱਕ ਉਸ ਵਿਅਕਤੀ ਨੂੰ ਪਤਾ ਸੀ ਕਿ ਉਸਨੇ ਕੋਈ ਲੋਟਰੀ ਨਹੀਂ ਪਾਈ ਸੀ, ਕਿਸੇ ਲੋਟਰੀ ਦਾ ਵੀ ਹਿੱਸਾ ਨਹੀਂ ਸੀ ਲਿਆ, ਪਰ ਫਿਰ ਵੀ ਜਿਨ੍ਹਾਂ ਨੇ ਫਰਾਡ ਕੀਤਾ, ਫੋਨ ਕੀਤਾ ਉਸ ਵਿਅਕਤੀ ਨੂੰ, ਉਹ ਬਜ਼ੁਰਗ ਸੀ, ਕਿਉਂਕਿ ਇਸ ਕਰਕੇ ਵੀ ਹੋ ਸਕਦਾ ਹੈ ਕਿ ਉਹ ਬਹੁਤ ਛੇਤੀ ਮੰਨ ਗਿਆ, ਭਰੋਸਾ ਹੋ ਗਿਆ ਉਸ ਨੂੰ ਫੋਨ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਉਸਨੇ ਲੋਟਰੀ ਜਿੱਤ ਲਈ ਹੈ, ਜਿਸ ਦੇ ਵਿੱਚ ਨਾ ਸਿਰਫ ਕਈ ਲੱਖ ਡਾਲਰ ਸਗੋਂ ਇਹ ਵੀ ਕਿਹਾ ਗਿਆ ਕਿ ਕ੍ਰਾਈਸਲਰ 300 2021 ਮਾਡਲ ਗੱਡੀ ਉਸਦੇ ਘਰ ਪਹੁੰਚਾਈ ਜਾਵੇਗੀ, ਪਰ ਉਸ ਤੋਂ ਪਹਿਲਾਂ ਕੁਝ ਟੈਕਸ ਤੇ ਫੀਸ ਉਸ ਨੂੰ ਦੇਣੀ ਪਵੇਗੀ, ਜਿਸ ਦੇ ਨਾਮ ਦੇ ਉੱਤੇ $18,000 ਤੋਂ ਵੱਧ ਉਸ ਬਜ਼ੁਰਗ ਤੋਂ ਮੰਗਵਾ ਲਏ ਗਏ। ਇਸ ਤਰ੍ਹਾਂ ਲਈ ਅਗਲੀ ਖਬਰ ਹੈ ਕਿ ਹੈਲਥ ਕੈਨੇਡਾ ਨੇ ਇੱਕ ਸੈਨੀਟਾਈਜ਼ਰ ਨੂੰ ਲੈ ਕੇ, ਜੋ ਕਿ ਹੈਂਡ ਸੈਨੀਟਾਈਜ਼ਰ ਹੈ, ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਜਿਹੜੀ ਕੰਪਨੀ ਦੇ ਵੱਲੋਂ ਉਹ ਸੈਨੀਟਾਈਜ਼ਰ ਮਾਰਕੀਟ ਦੇ ਵਿੱਚ ਉਤਾਰਿਆ ਗਿਆ, ਉਸ ਕੰਪਨੀ ਦਾ ਲਾਇਸੈਂਸ ਤੱਕ ਰੱਦ ਕਰ ਦਿੱਤਾ ਗਿਆ, ਕਿਉਂਕਿ ਉਸ ਦੇ ਵਿੱਚ ਮਿਥੇਨੋਲ ਦੀ ਜੋ ਮਾਤਰਾ ਹੈ ਉਹ ਸੀਮਤ ਸੀਮਾ ਤੋਂ ਜ਼ਿਆਦਾ ਪਾਈ ਗਈ ਹੈ, ਜਿਸ ਦੇ ਵਿੱਚ ਨਾਮ ਦੱਸਿਆ ਗਿਆ ਪਿਓਰ 75 ਜੈਲ, ਪਿਓਰ 75 ਜੈਲ। ਇਹ ਇਸ ਨਾਮ ਦਾ ਜੇਕਰ ਸੈਨੀਟਾਈਜ਼ਰ ਤੁਹਾਡੇ ਘਰ ਦੇ ਵਿੱਚ ਮੌਜੂਦ ਹੈ ਤਾਂ ਉਹ ਖਤਰਨਾਕ ਹੋ ਸਕਦਾ ਹੈ, ਉਸ ਤੋਂ ਬਿਮਾਰ ਵੀ ਹੋ ਸਕਦੇ ਹੋ, ਬੱਚਿਆਂ ਦੇ ਲਈ ਖਤਰਨਾਕ ਹੋ ਸਕਦਾ ਹੈ, ਕਿਉਂਕਿ ਮਿਥੇਨੋਲ ਦੀ ਮਾਤਰਾ ਜਿੰਨੀ ਕੈਨੇਡਾ ਦੇ ਵਿੱਚ ਇਜਾਜ਼ਤ ਹੈ ਉਸ ਦੇ ਨਾਲੋਂ ਜ਼ਿਆਦਾ ਪਾਈ ਗਈ ਹੈ, ਜਿਸ ਦੇ ਬਾਰੇ ਕੈਨੇਡਾ ਦੇ ਸਿਹਤ ਵਿਭਾਗ ਨੇ ਜਾਣਕਾਰੀ ਜਾਰੀ ਕੀਤੀ ਹੈ, ਜਿਸ ਦੇ ਲਈ ਇਹ ਦੱਸਿਆ ਗਿਆ ਹੈ ਕਿ ਵੀਰਵਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਏਜੰਸੀ ਦੇ ਵੱਲੋਂ, ਜਿਨ੍ਹਾਂ ਨੇ ਕਈ ਟੈਸਟ ਕੀਤੇ, ਜਿਸ ਤੋਂ ਬਾਅਦ ਇਹਨਾਂ ਹੈਂਡ ਸੈਨੀਟਾਈਜ਼ਰਸ ਨੂੰ ਖਤਰਨਾਕ ਪਾਇਆ ਗਿਆ, ਜਿਸ ਦੀ ਤਸਵੀਰ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਇਹੀ ਉਸ ਹੈਂਡ ਸੈਨੀਟਾਈਜ਼ਰ ਹੈ ਜਿਸ ਨੂੰ ਕਿ ਸਿਹਤ ਵਿਭਾਗ ਨੇ ਮਾਰਕੀਟ ਦੇ ਵਿੱਚੋਂ ਵੀ ਵਾਪਸ ਮੰਗਵਾਇਆ ਹੈ ਤੇ ਇਸ ਦੇ ਨਾਲ ਹੀ ਇਸ ਕੰਪਨੀ ਦਾ ਇਹਨਾਂ ਹੈਂਡ ਸੈਨੀਟਾਈਜ਼ਰਸ ਨੂੰ ਲੈ ਕੇ ਲਾਇਸੈਂਸ ਹੈ ਰੱਦ ਕਰ ਦਿੱਤਾ ਗਿਆ। ਅਗਲੀ ਜਾਣਕਾਰੀ, ਜਿਵੇਂ ਕਿ 27 ਸਤੰਬਰ ਤੋਂ ਭਾਰਤ ਤੋਂ ਕੈਨੇਡਾ ਦਰਮਿਆਨ ਸਿੱਧੀਆਂ ਫਲਾਈਟਾਂ ਸ਼ੁਰੂ ਹੋ ਗਈਆਂ ਨੇ, ਤਾਂ ਇਸ ਨੂੰ ਲੈ ਕੇ ਜਿਹੜੀਆਂ ਵੀ ਹਦਾਇਤਾਂ ਨੇ, ਸ਼ਰਤਾਂ ਨੇ, ਉਸ ਦੇ ਬਾਰੇ PNCਆਂ ਦੇ ਉੱਤੇ ਅਸੀਂ ਇੱਕ ਰਿਪੋਰਟ ਸਾਂਝੀ ਕੀਤੀ ਹੈ। ਜਿਹੜੀ ਲੈਬੋਰਟਰੀ ਤੋਂ ਤੁਸੀਂ ਭਾਰਤ ਤੋਂ ਟੈਸਟ ਕਰਵਾ ਕੇ ਕੈਨੇਡਾ ਦੇ ਵਿੱਚ ਆਉਣਾ ਹੈ, ਜਿਹੜੇ ਵੀ ਭਾਰਤ ਤੋਂ ਕੈਨੇਡਾ ਆ ਰਹੇ ਨੇ, ਉਸ ਦੀ ਅਪਾਇੰਟਮੈਂਟ ਬਣਾਉਣੀ ਹੈ
ਉਸ ਦਾ ਲਿੰਕ ਵੀ ਅਸੀਂ ਸਾਂਝਾ ਕੀਤਾ ਉਸ ਰਿਪੋਰਟ ਦੇ ਹੇਠਾਂ। ਉਸ ਰਿਪੋਰਟ ਦਾ ਲਿੰਕ ਅਸੀਂ ਇਸ ਵੀਡੀਓ ਦੇ ਹੇਠਾਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਪੂਰੀ ਜਾਣਕਾਰੀ ਕਿ ਜੇਕਰ ਕਿਸੇ ਨੇ ਵੀ ਭਾਰਤ ਤੋਂ ਕੈਨੇਡਾ ਹੁਣ ਆਉਣਾ ਹੈ ਤਾਂ ਉਹਨਾਂ ਦੇ ਵਾਸਤੇ ਕਿਹੜੀਆਂ ਸ਼ਰਤਾਂ ਹੋਣਗੀਆਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਤੁਸੀਂ 에ਅਰਪੋਰਟ ਦੇ ਉੱਤੇ ਖੱਜਲ ਨਾ ਹੋਵੋ। ਇਸ ਨਾਲ ਹੀ ਅਗਲੀ ਖਬਰ ਹੈ ਕਿ UBC ਦੇ ਵਿਦਿਆਰਥੀਆਂ ਦੇ ਨਾਲ ਸੜਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ 2 ਵਿਦਿਆਰਥੀਆਂ ਦੀ ਜਾਨ ਚਲੀ ਗਈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਤਵਾਰ ਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਕਰਕੇ 2 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। RCMP ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਤਵਾਰ ਦੀ ਸਵੇਰ ਨੂੰ 1:45 ਦੇ ਕਰੀਬ ਦਾ ਸਮਾਂ ਸੀ ਜਦੋਂ ਨਾਰਥ ਵੈਸਟ ਮੈਰੀਨ ਡਰਾਈਵ ਦੇ ਉੱਤੇ 2 ਵਿਦਿਆਰਥੀ ਤੁਰੇ ਜਾ ਰਹੇ ਸੀ ਕਿ ਉਹਨਾਂ ਦੇ ਨਾਲ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ। ਸਟੂਡੈਂਟ ਰੈਜ਼ੀਡੈਂਸ ਦੇ ਨੇੜੇ ਇਹ ਵਾਪਰਿਆ, ਜਿਸ ਤੋਂ ਬਾਅਦ 18 ਸਾਲਾ ਲੜਕੀ ਤੇ ਇੱਕ 18 ਸਾਲ ਦਾ ਹੀ ਲੜਕਾ ਦੋਵਾਂ ਨੇ ਦਮ ਤੋੜ ਦਿੱਤਾ। ਇਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ 21 ਸਾਲ ਦਾ ਨੌਜਵਾਨ ਗੱਡੀ ਚਲਾ ਰਿਹਾ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਰਿਹਾ ਵੀ ਕਰ ਦਿੱਤਾ ਗਿਆ, ਜਿਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੋ ਥੋੜਾ ਜ਼ਖਮੀ ਹੋਇਆ ਸੀ ਪਰ ਉਸੇ ਜ਼ਿਆਦਾ ਗੰਭੀਰ ਸੱਟਾਂ ਨਹੀਂ ਆਈਆਂ ਸਨ। ਪਰ ਇਸ ਮੌਕੇ 18 ਸਾਲਾ ਲੜਕੀ ਤੇ 18 ਸਾਲਾ ਲੜਕਾ ਜੋ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਦੋਵਾਂ ਨੇ ਦਮ ਤੋੜ ਦਿੱਤਾ, ਜਿਨ੍ਹਾਂ ਨੂੰ ਮੌਕੇ ਦੇ ਉੱਤੇ ਹੀ ਵੈਨਕੂਵਰ ਫਾਇਰ ਡਿਪਾਰਟਮੈਂਟ ਤੇ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਅਧਿਕਾਰੀਆਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਮਾਮਲੇ ਦੇ ਉੱਤੇ ਜਾਂਚ ਚੱਲ ਰਹੀ ਹੈ। ਹਜੇ ਤੱਕ ਪੁਲਿਸ ਅਧਿਕਾਰੀਆਂ ਨੇ ਇਹ ਸਾਫ਼ ਨਹੀਂ ਕੀਤਾ ਕਿ ਆਖਿਰ ਇਹ ਹਾਦਸਾ ਜ਼ਿਆਦਾ ਰਫ਼ਤਾਰ ਦੇ ਕਰਕੇ ਗੱਡੀ ਦੀ ਵਾਪਰਿਆ ਜਾਂ ਫਿਰ ਕੋਈ ਹੋਰ ਕਾਰਨ ਸੀ। ਪਰ ਇਸ ਮੌਕੇ ਯੂਨੀਵਰਸਿਟੀ ਤੋਂ ਕਈਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਦੇ ਉੱਤੇ ਹਾਦਸਾ ਵਾਪਰਿਆ ਹੈ ਉੱਥੇ ਪਹਿਲਾਂ ਵੀ ਕਈ ਹਾਦਸੇ ਵਾਪਰੇ ਨੇ 10 ਸਾਲ ਦੇ ਸਮੇਂ ਦੇ ਵਿੱਚ, ਜਿੱਥੇ ਕਿ ਪੈਦਲ ਤੁਰਨ ਵਾਲਿਆਂ ਦੇ ਵਾਸਤੇ ਹਨੇਰਾ ਥੋੜਾ ਜ਼ਿਆਦਾ ਹੁੰਦਾ ਹੈ ਤੇ ਉੱਥੇ ਪਹਿਲਾਂ ਵੀ ਗੱਡੀਆਂ ਨੂੰ ਤੇਜ਼ ਰਫ਼ਤਾਰ ਦੇ ਵਿੱਚ ਜਾਂਦੇ ਹੋਏ ਕਈ ਵਾਰ ਦੇਖਿਆ ਗਿਆ ਹੈ। ਬਾਕੀ ਹੁਣ ਇਸ ਮਾਮਲੇ ਦੇ ਉੱਤੇ ਪੁਲਿਸ ਜਾਂਚ ਕਰ ਰਹੀ ਹੈ। ਹਜੇ ਤੱਕ ਜਿਨ੍ਹਾਂ ਨੌਜਵਾਨਾਂ ਦੀ ਜਾਨ ਗਈ ਹੈ ਉਹਨਾਂ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ। ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।